ਮੈਨੂੰ 2010 ਤੋਂ ਲੈ ਕੇ 2017 ਤੱਕ 6 ਸਾਲ ਖੇਡੀ ਕਬੱਡੀ ਮੈਂ। ਬੜੀ ਵਾਰ ਗਏ ਆ, ਚਿੱਠੀਆਂ ਵੀ ਪਾਈਆਂ, ਮੰਗ ਵੀ ਰੱਖੀ, ਪਰ ਨਹੀਂ ਮਿਲਦੀ ਨਹੀਂ। ਜਦੋਂ ਸਰਕਾਰਾਂ ਸੁਣਦੀਆਂ ਹੀ ਨਹੀਂ ਤਾਂ ਫਿਰ ਇਹਨਾਂ ਨੂੰ ਵੀ ਜਦੋਂ ਮੈਂ ਬਾਅਦ 'ਚ ਕਿਹਾ, ਮੈਰਿਜ ਤੋਂ ਬਾਅਦ ਵੀ ਕਿਹਾ ਕਿ ਮੈਂ ਖੇਡਣਾ ਵਾ ਕਾਲਜ 'ਚ, ਤੇ ਇਹਨਾਂ ਨੇ ਵੀ ਕਿਹਾ ਕਿ ਠੀਕ ਆ, ਜੇ ਤੂੰ ਖੇਡਣਾ ਚਾਹੁੰਦੀ ਤੇ ਤੂੰ ਜਾ ਖੇਡ। ਬਾਕੀ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਨੌਕਰੀਆਂ ਦੇਣ। ਜ਼ਿਆਦਾਤਰ ਲੋਕ ਇਸੇ ਕਰਕੇ ਨਹੀਂ ਖੇਡਣ ਦਿੰਦੇ ਵੀ ਕੋਈ ਫਾਇਦਾ ਹੈ ਨਹੀਂ ਆ। ਫਿਰ ਇਸ ਕਰਕੇ ਮੈਂ ਚਾਹੁੰਦਾ ਮੈਨੂੰ ਗਰਾਊਂਡ ਦਿੱਤੀ ਜਾਵੇ, ਫਿਰ ਮੈਂ ਪਲੇਅਰ ਤਿਆਰ ਕਰ ਸਕਦਾ। ਮੇਰੀ ਸਰਕਾਰ ਕੀ ਇਹੋ ਮੰਗ ਆ। ਟੀਮ ਸੀ ਸਾਡੀ ਪੂਰੀ, ਤੇ ਉਹ ਵੀ ਹੁਣ ਇਦਾਂ ਘਰੇ ਹੀ ਬੈਠੀਆਂ ਹੋਈਆਂ ਵਾ, ਕਿਸੇ ਨੂੰ ਕੋਈ ਜੋਬ ਨਹੀਂ ਮਿਲੀ। ਸਤਿ ਸ਼੍ਰੀ ਅਕਾਲ ਦੋਸਤੋ, ਰੋਜ਼ਾਨਾ ਪ੍ਰਾਈਮ ਦੇਖ ਰਹੇ ਤੁਸੀਂ। ਮੈਂ ਤੁਹਾਡਾ ਆਪਣਾ ਦਲਜੀਤ ਸਿੰਘ। ਰੋਜ਼ਾਨਾ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ। ਔਰ ਅਕਸਰ ਹੀ ਅਸੀਂ ਆਪਣੇ ਦਰਸ਼ਕਾਂ ਦੇ ਲਈ ਕੁਝ ਨਵਾਂ ਲੈ ਕੇ ਆਉਂਦੇ ਰਹਿੰਦੇ ਹਾਂ। ਅੱਜ ਤੁਹਾਨੂੰ ਅਜਿਹੇ ਕਬੱਡੀ ਦੇ ਦੋ ਪਲੇਅਰਾਂ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ ਆਪਸ ਦੇ ਵਿੱਚ ਪਤੀ ਪਤਨੀ ਵੀ ਨੇ, ਔਰ ਲੰਮਾ ਸਮਾਂ ਕਿਸ ਤਰ੍ਹਾਂ ਦੇ ਨਾਲ ਕਬੱਡੀ ਖੇਡੀ, ਲੇਕਿਨ ਸਰਕਾਰਾਂ ਵੱਲੋਂ ਇਹਨਾਂ ਦੀ ਕੋਈ ਵੀ ਸਾਰ ਜਿਹੜੀ ਹੈ ਉਹ ਨਹੀਂ ਲਈ ਗਈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਲੇਅਰ ਨਾਲ ਮਿਲਾਉਣਾ ਹੈ। ਭੈਣ ਮੇਰੇ ਨਾਲ ਮੌਜੂਦ ਹੈ, ਨਵਨੀਤ ਕੌਰ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਰੋਜ਼ਾਨਾ ਪ੍ਰਾਈਮ 'ਤੇ। ਭੈਣ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਪ੍ਰਾਈਮ ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਆਉਣ 'ਤੇ। ਕਦੋਂ ਸ਼ੁਰੂਆਤ ਕੀਤੀ ਸੀ ਤੁਸੀਂ, ਕਿੰਨੀ ਸੰਨ ਦੇ ਵਿੱਚ, ਕਿਸ ਕੋਚ ਦੇ ਕੋਲੋਂ ਜਿਹੜਾ ਤੁਸੀਂ ਇਹ ਕਬੱਡੀ ਦੀ ਜਿਹੜੀ ਸ਼ੁਰੂਆਤ ਕੀਤੀ, ਔਰ ਕਿਸ ਲੈਵਲ ਤੱਕ ਤੁਸੀਂ ਜਿਹੜੀ ਹੈ ਕਬੱਡੀ ਖੇਡੀ, ਸਾਡੇ ਦਰਸ਼ਕਾਂ ਨੂੰ ਦੱਸਿਓ ਜੀ। ਹਾਂਜੀ, ਮੈਂ 2010 'ਚ ਸ਼ੁਰੂਆਤ ਕੀਤੀ ਸੀ। ਮਾਨਾਵਾਲ ਅਕੈਡਮੀ ਸੀ, ਉੱਥੇ ਸ਼ੁਰੂਆਤ ਕੀਤੀ ਸੀ। ਸਕੂਲ ਵੱਲੋਂ ਖੇਡੀਆਂ, ਫਿਰ ਕਾਲਜ ਵੱਲੋਂ ਖੇਡੀਆਂ। ਹਾਂਜੀ। ਕਿੰਨਾ ਟਾਈਮ ਤੁਸੀਂ ਜਿਹੜਾ ਕਬੱਡੀ ਦੇ ਵਿੱਚ ਸਪੈਂਡ ਕੀਤਾ ਵਾ, ਕਿਸ ਤਰ੍ਹਾਂ ਦੇ ਨਾਲ ਜਿਹੜਾ ਵਾ ਤੁਸੀਂ ਕਬੱਡੀ ਦੇ ਵਿੱਚ ਕਿੰਨਾ ਟਾਈਮ ਅੱਜ ਤੁਹਾਨੂੰ ਹੋ ਗਿਆ ਕਬੱਡੀ ਖੇਡਦੇ ਨੂੰ? ਮੈਨੂੰ 2010 ਤੋਂ ਲੈ ਕੇ 2017 ਤੱਕ 6 ਸਾਲ ਖੇਡੀ ਕਬੱਡੀ ਮੈਂ। ਹਾਂਜੀ। ਕਿਸ ਲੈਵਲ ਤੱਕ ਲੈ ਕੇ ਗਏ ਤੁਸੀਂ? ਇੰਟਰਨੈਸ਼ਨਲ ਲੈਵਲ ਤੱਕ ਵੀ ਕਬੱਡੀ ਖੇਡੀ ਹੈ ਜੀ? ਹਾਂਜੀ, ਗੋਲਡ ਹੈ ਜੀ ਮੇਰੇ ਕੋਲ ਸਕੂਲ ਵੱਲੋਂ। ਤੇ ਕਿਸ ਪ੍ਰਕਾਰ ਦੀ ਫਿਰ ਸਰਕਾਰ ਵੱਲੋਂ ਮਦਦ, ਕੋਈ ਸਰਕਾਰੀ ਨੌਕਰੀ ਵਾਸਤੇ ਨਹੀਂ ਅਪਲਾਈ ਕੀਤਾ ਤੁਸੀਂ, ਮੰਗ ਨਹੀਂ ਰੱਖੀ, ਜਾਂ ਤੁਹਾਡੇ ਨਾਲ ਕਿਸ 'ਤੇ ਕੀ ਕਹਿਣਾ ਚਾਹੋਗੇ? ਬੜੀ ਵਾਰ ਗਏ ਆ, ਚਿੱਠੀਆਂ ਵੀ ਪਾਈਆਂ, ਮੰਗ ਵੀ ਰੱਖੀ, ਪਰ ਨਹੀਂ ਮਿਲਦੀ ਨਹੀਂ। ਜਦੋਂ ਸਰਕਾਰਾਂ ਸੁਣਦੀਆਂ ਹੀ ਨਹੀਂ ਤਾਂ ਫਿਰ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ? ਕੁਛ ਵੀ ਨਹੀਂ। ਅੱਜ ਕੱਲ੍ਹ ਸਮਾਜ ਦੇ ਵਿੱਚ ਧੀਆਂ ਦੇ ਪ੍ਰਤੀ ਜਿਹੜਾ ਵਾ ਬੜੇ ਤਰ੍ਹਾਂ ਦੇ ਜਿਹੜੇ ਆ ਉਹ ਕਿਹਾ ਜਾਂਦਾ ਹੈ ਕਿ ਕੁੜੀਆਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇ। ਪਰਿਵਾਰ ਵੱਲੋਂ ਫਿਰ ਤੁਹਾਨੂੰ ਕਿਸ ਤਰ੍ਹਾਂ ਦੀ ਸਪੋਰਟ ਸੀ? ਹੁਣ ਤੁਹਾਡੇ ਪਤੀ ਵੀ ਇਸ ਟਾਈਮ 'ਤੇ ਸਾਡੇ ਨਾਲ ਨੇ ਇੰਟਰਵਿਊ ਦੇ ਵਿੱਚ, ਇਹਨਾਂ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਸੀ ਵੀ ਕੋਈ ਗੱਲ ਨਹੀਂ ਤੁਸੀਂ ਖੇਡਣਾ? ਇਸ 'ਤੇ ਕੀ ਕਹਿਣਾ ਚਾਹੋਗੇ? ਹਾਂਜੀ, ਮੇਰੇ ਮੰਮੀ ਪਾਪਾ ਵੱਲੋਂ ਵੀ ਫੁੱਲ ਸਪੋਰਟ ਸੀ ਵੀ ਖੇਡੋ, ਜੇ ਤੇਰਾ ਮਨ ਕਰਦਾ, ਤੇਰਾ ਸ਼ੌਂਕ ਆ ਤਾਂ ਤੂੰ ਖੇਡ। ਬਾਕੀ ਮੇਰੇ ਹਸਬੈਂਡ ਆ, ਇਹਨਾਂ ਨੂੰ ਵੀ ਜਦੋਂ ਮੈਂ ਬਾਅਦ 'ਚ ਕਿਹਾ, ਮੈਰਿਜ ਤੋਂ ਬਾਅਦ ਵੀ ਕਿਹਾ ਕਿ ਮੈਂ ਖੇਡਣਾ ਵਾ ਕਾਲਜ 'ਚ, ਤੇ ਇਹਨਾਂ ਨੇ ਵੀ ਕਿਹਾ ਕਿ ਠੀਕ ਆ, ਜੇ ਤੂੰ ਖੇਡਣਾ ਚਾਹੁੰਦੀ ਤੇ ਤੂੰ ਜਾ ਖੇਡ। ਹਾਂਜੀ। ਕਿੰਨਾ ਟਾਈਮ ਤੁਸੀਂ ਮੈਰਿਜ ਤੋਂ ਬਾਅਦ ਵੀ ਜਿਹੜਾ ਕਬੱਡੀ ਖੇਡੀ ਹੈ ਜੀ? 2 ਸਾਲ ਖੇਡੀ ਮੈਰਿਜ ਤੋਂ। ਤੇ ਕਿਉਂਕਿ ਵੇਖੋ ਸਮਾਜ ਆ, ਲੋਕ ਆ, ਇਹ ਤਾਂ ਇਹਨਾਂ ਦਾ ਕੰਮ ਹੁੰਦਾ ਹੈ ਗੱਲਾਂ ਕਰਨ ਦਾ। ਇਹ ਭਾਜੀ ਮੈਂ ਤੁਹਾਡੇ ਤੋਂ ਵੀ ਇੱਕ ਗੱਲ ਇੱਥੇ ਪੁੱਛਣੀ ਚਾਹਾਂਗਾ ਕਿ ਬਹੁਤ ਘੱਟ ਲੋਕ ਹੋਣਗੇ ਜਿਹੜੇ ਆਪਣੀ ਧਰਮ ਪਤਨੀ ਨੂੰ ਇਸ ਤਰ੍ਹਾਂ ਦੇ ਨਾਲ ਕੋਈ ਇਜਾਜ਼ਤ ਦਿੰਦੇ ਹੋਣਗੇ ਵੀ ਕੋਈ ਗੱਲ ਨਹੀਂ, ਜੇ ਤੇਰਾ ਮਨ ਹੈ ਖੇਡਣ ਦਾ। ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਕਿ ਜੇਕਰ ਉਹਨਾਂ ਦੀ ਧਰਮ ਪਤਨੀ 'ਚ ਕੋਈ ਵਿਲੱਖਣ ਗੁਣ ਹੈ ਤਾਂ ਉਹ ਜਾਂ ਕਿਸੇ ਨੂੰ ਕਈ ਵਾਰ ਅਲਾਓ ਨਹੀਂ ਕਰਦੇ, ਬਹੁਤ ਸਾਰੇ ਪਰਿਵਾਰ ਜਿਹੜੇ ਆ ਕੰਮ ਕਰਨ ਦੇ ਲਈ, ਖੇਡਣ ਦੇ ਲਈ, ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਜੀ? ਕੀ ਨਾਂ, ਸਭ ਤੋਂ ਪਹਿਲਾਂ ਨਾਮ ਕੀ ਹੈ ਤੁਹਾਡਾ? ਗੁਰਪ੍ਰੀਤ ਸਿੰਘ ਜੀ, ਗੋਪੀ ਦੇ ਨਾਲ ਜ਼ਿਆਦਾ ਮਸ਼ਹੂਰ ਹੈ ਮੈਂ ਜੀ। ਤੇ ਸਰ ਮੈਂ ਤਾਂ ਇਹ ਗੱਲ ਕਹਿਣਾ ਚਾਹਾਂ ਇਹਨਾਂ ਨੂੰ ਵੀ ਜੇ ਕਿਸੇ ਦੀ ਪਤਨੀ ਖੇਡਣਾ ਚਾਹੁੰਦੀ ਖੇਡੇ, ਕੋਈ ਚੱਕਰ ਨਹੀਂ, ਵਧੀਆ ਖੇਡਣਾ ਚਾਹੀਦਾ, ਨੂੰ ਸੰਯੋਗ ਦੇਣਾ ਚਾਹੀਦਾ ਵਾ। ਬਾਕੀ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਨੌਕਰੀਆਂ ਦੇਣ। ਜ਼ਿਆਦਾਤਰ ਲੋਕ ਇਸੇ ਕਰਕੇ ਨਹੀਂ ਖੇਡਣ ਦਿੰਦੇ ਵੀ ਕੋਈ ਫਾਇਦਾ ਹੈ ਨਹੀਂ ਆ ਖੇਡਣ 'ਚ, ਤਾਂ ਕਰਕੇ ਨਹੀਂ ਖੇਡਣ ਦਿੰਦੇ। ਤਾਂ ਮੈਂ ਤਾਂ ਇਹੋ ਗੱਲ ਲੋਕਾਂ ਨੂੰ ਕਹਾਂਗਾ ਵੀ ਖੇਡਣ ਦਿਓ, ਉਹਨਾਂ ਦਾ ਸ਼ੌਂਕ ਪੂਰਾ ਕਰੋ ਇੱਕ ਤਰ੍ਹਾਂ। ਚਲੋ ਬਾਕੀ ਕਿਸਮਤ ਜਾਂ ਪਰਮਾਤਮਾ ਦੇ ਹੱਥ 'ਚ ਸਰਕਾਰਾਂ ਕੀ ਕਰਦੀਆਂ ਵਾ। ਭਾਈ ਪਿੰਡ ਦੇ ਲੋਕ ਵੀ ਗੱਲਾਂ ਨਹੀਂ ਕਰਦੇ ਹੁੰਦੇ ਕਿ ਯਾਰ ਵੀ ਤੇਰੀ ਮੈਰਿਜ ਹੋ ਗਈ ਆ, ਘਰ ਦੀ ਤੇਰੀ ਤਾਂ ਹੁਣ ਵੀ ਕਬੱਡੀ ਖੇਡਦੀ ਹੈ, ਇਹ ਵਿਆਹ ਤੋਂ ਬਾਅਦ ਆਪਣੇ ਸਮਾਜ ਦੇ ਵਿੱਚ ਤਾਂ ਤੂੰ ਕਿਵੇਂ ਅਲੋਏ ਕਰਦਾ, ਕਿਵੇਂ ਭਾਈ ਪਰਮਿਸ਼ਨ ਦਿੰਦਾ? ਇਸ 'ਤੇ ਕੁਛ ਕਹਿਣਾ ਚਾਹੋਗੇ ਵੀ ਕਦੀ ਅਜਿਹੀ ਮੁਸ਼ਕਿਲ ਆਈ, ਕਿਸੇ ਨੇ ਕਮੈਂਟ ਕੀਤਾ, ਕੋਈ ਗੱਲਾਂ ਬਾਤਾਂ ਕਰਦੇ ਸੀ ਲੋਕ ਇਸ ਤਰ੍ਹਾਂ? ਨਹੀਂ ਸਰ, ਮੈਨੂੰ ਤਾਂ ਨਹੀਂ ਕਰ ਸਕਦੇ ਕਿਉਂਕਿ ਮੇਰੇ ਕੋਲ ਹਰ ਗੱਲ ਦਾ ਜਵਾਬ ਹੈਗਾ ਸੀ, ਕਿਉਂਕਿ ਮੈਂ ਇੱਕ ਕਬੱਡੀ ਕੋਚ ਹਾਂ, ਖੁਦ ਕਬੱਡੀ ਪਲੇਅਰ ਵੀ ਸਾਂ। ਕਿਉਂਕਿ ਮੇਰੇ ਤੋਂ ਲੜਕੀਆਂ ਦੀ ਅਕੈਡਮੀ ਵੀ ਖੋਲ੍ਹੀ 2013 ਦੇ ਵਿੱਚ ਖੋਲ੍ਹੀ ਸੀ। ਅਤੇ ਮੈਂ ਇਹ ਕਹਿ ਸਕਦਾ ਜੇ ਜਿਹੜੀਆਂ ਲੜਕੀਆਂ, ਜੇ ਅਗਲੇ ਮਾਪੇ ਆਪਣੇ ਲੜਕੇ ਖਾ, ਤਾਂ ਮੇਰੀ ਘਰ ਦੀ ਵੀ ਇੱਕ ਲੜਕੀ ਉਹ ਖੇਡ ਸਕਦੀ, ਕੀ ਗੱਲ ਉਹਨੂੰ ਉਹ ਨਹੀਂ ਖੇਡ ਸਕਦੀ? ਮੇਰੇ ਤੋਂ ਵੀ ਲੋਕ ਆਪਣੀਆਂ ਲੜਕੀਆਂ ਨੂੰ ਭੇਜਦੇ ਖੇਡਣ ਲਈ, ਕਿਉਂਕਿ ਮੈਨੂੰ ਕਿਸੇ ਨੇ ਸਵਾਲ ਜਵਾਬ ਇਸ ਕਰਕੇ ਨਹੀਂ ਕੀਤਾ, ਉਹਨਾਂ ਨੂੰ ਪਤਾ ਸੀ ਇਹਨੇ ਹਰ ਕੋਈ ਦਾ ਜਵਾਬ ਉਹਨੂੰ ਦੇ ਦੇਣਾ ਵਾ।
ਭਾਜੀ ਤੁਸੀਂ ਵੀ ਮੱਲਾਂ ਮਾਰੀਆਂ ਕਬੱਡੀ ਦੇ ਵਿੱਚ, ਸਰਕਾਰਾਂ ਵੱਲੋਂ ਫਿਰ ਤੁਸੀਂ ਕਿੱਥੋਂ ਤੱਕ ਖੇਡੇ? ਤੁਹਾਡੀ ਜਿਹੜੀ ਸਪੋਰਟ ਹੈ ਸਰਕਾਰਾਂ ਵੱਲੋਂ ਕਿੰਨੀ ਕੁ ਹੋਈ ਨੌਕਰੀ ਪੱਖੋਂ, ਕੀ ਇਸ 'ਤੇ ਕਹਿਣਾ ਚਾਹੋਗੇ? ਸਰ ਜੀ ਮੇਰੀ ਕੋਈ ਸਪੋਰਟ ਨਹੀਂ। ਮੈਂ ਤਕਰੀਬਨ ਕੋਈ ਮੇਰੇ ਹਿਸਾਬ ਨਾਲ 92-93 ਤੋਂ ਖੇਡਣ ਲੱਗ ਪਿਆ ਸਾਂ ਅਤੇ ਕੋਈ ਸਪੋਰਟ ਨਹੀਂ ਹੋਈ ਕਿ ਸਰਕਾਰ ਵੱਲੋਂ ਵੀ। ਮੈਂ 2009 ਦੇ ਵਿੱਚ ਮੈਂ ਖੇਡਿਆ, ਮੈਨੂੰ ਸਨਮਾਨਿਤ ਕੀਤਾ ਗਿਆ ਤਰਨਤਾਰਨ ਜ਼ਿਲ੍ਹੇ ਦੇ DC ਵੱਲੋਂ, ਪਰ ਕੋਈ ਸਹੂਲਤ ਨਹੀਂ, ਕੋਈ ਖਰਚਾ ਨਹੀਂ, ਕੋਈ ਵੀ ਅਕੈਡਮੀ ਦਾ, ਕੋਈ ਕਲੱਬ ਦਾ, ਕੋਈ ਵੀ ਕਿਸੇ ਵੀ ਨਹੀਂ ਭੇਜਿਆ ਗਿਆ ਸਰਕਾਰ ਵੱਲੋਂ। ਫਿਰ ਮੈਂ 2010 'ਚ ਖੇਡਿਆ, ਸਨਮਾਨਿਤ ਕੀਤਾ ਗਿਆ, ਫਿਰ 11 'ਚ ਕੀਤਾ ਗਿਆ ਵਾਂ, ਪਰ ਇਹਨਾਂ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਗਈ। ਫਿਰ ਜੇ ਮੈਂ ਅਕੈਡਮੀ ਖੋਲ੍ਹੀ ਆ ਮੈਂ ਪਲੇਅਰ ਤਿਆਰ ਕਰਾਂਗਾ ਅਤੇ ਇਹਨਾਂ ਵੱਲੋਂ ਸਰਕਾਰ ਨੂੰ ਸਹੂਲਤ ਕੀ ਦੇਣੀ ਸੀ? ਜਿਹੜੇ ਸਾਡੇ ਜ਼ਿਲ੍ਹਾ ਖੇਡ ਅਫਸਰ ਜਾਂ ਸਾਡੇ ਇੰਸਟੀਟਿਊਸ਼ਨ ਦੇ ਗਏ ਸੀ ਕਮੇਟੀ ਵਾਲੇ, ਉਹ ਵੀ ਇਹ ਚਾਹੁੰਦੇ ਨਹੀਂ ਸੀ ਵੀ ਜੇ ਪਲੇਅਰ ਚੰਗਾ ਹੁੰਦਾ ਸੀ ਉਹ ਆਉਂਦੇ ਨੇ ਅਸੀਂ ਨਹੀਂ ਖੜਨਾ, ਸਾਡਾ ਫਾਨਾ ਫਰਮੈਸ਼ੀ ਸੀ ਉਹ ਖੜਨਾ ਵਾ। ਚਲੋ ਜੀ ਮੈਂ ਖੜਾਇਆ 2000 ਤਕਰੀਬਨ 15 ਤੱਕ ਮੈਂ ਖਿਡਾਉਂਦਾ ਰਿਹਾ ਲੜਕੀਆਂ ਨੂੰ ਵੀ। ਪਹਿਲਾਂ ਮੈਂ ਲੜਕੇ ਖਿਡਾਉਂਦਾ ਹਾਂ ਕਿਉਂਕਿ ਇਹਨਾਂ ਨੂੰ ਮੈਂ 2010 ਦੇ ਵਿੱਚ ਆਪਣੇ ਤਰਨਤਾਰਨ ਦੀਆਂ ਲੜਕੀਆਂ ਇਕੱਠੀਆਂ ਕਰਕੇ ਸਰਦਾਰ ਕਸ਼ਮੀਰ ਸਿੰਘ ਮਾਨ ਵਾਲੇ ਕੋਚ ਸਾਹਿਬ ਆ, ਉਹਨਾਂ ਕੋਲ ਭੇਜਿਆ ਸੀ ਪਹਿਲਾਂ ਮੈਂ ਇਹਨਾਂ ਨੂੰ। ਫਿਰ ਇੱਥੇ ਇੱਕ ਮੇਰੇ ਨਾਲ ਕੋਚ ਭਾਈ ਬਾਰ ਵਾਲਾ ਵੀ ਉਹਨਾਂ ਨੇ ਖਿਡਾਉਣਾ। ਚਲੋ ਮੈਂ ਖਿਡਾਇਆ, ਲੜਕੀਆਂ ਕਹਿੰਦੀਆਂ ਭਾਈ ਤੁਹਾਡੀ ਕੋਚ ਲਾਈਨ ਵਧੀਆ ਵਾ, ਤੁਹਾਡੇ ਮੁੰਡੇ ਬਹੁਤ ਵਧੀਆ ਖੇਡਦੇ ਆ। ਇਹ ਲੜਕੀਆਂ ਮੇਰੇ ਨਾਲ ਨਾ ਆਪਣੇ ਮੁਦਕੀਆਂ ਹੈਗਾ ਵਾ ਪਿੰਡ ਫਿਰੋਜ਼ਪੁਰ ਜ਼ਿਲ੍ਹੇ, ਉੱਥੇ ਖੇਡਣ ਗਈਆਂ ਸੀ। ਉੱਥੇ ਨਾ ਵੇਖਿਆ ਵੀ ਮੁੰਡੇ ਬਹੁਤ ਵਧੀਆ ਖੇਡਦੇ ਆ। ਉੱਥੇ ਸਾਡੀ ਟੀਮ ਫਸਟ ਆਉਂਦੀ ਸੀ ਅੰਡਰ 20 ਦੀ ਮੁੰਡਿਆਂ ਦੀ, ਅਤੇ ਸਾਡੀ ਇੰਸਟੀਟਿਊਸ਼ਨ ਵੱਲੋਂ ਜਿਹੜਾ ਵਾ ਇਹਨਾਂ ਦੀ ਮੈਚ ਫਿਕਸਿੰਗ ਕਰਕੇ ਸਾਡੀ ਟੀਮ ਨੂੰ ਜਿਹੜੀ ਆ ਵੀ 3rd ਡਿਵੀਜ਼ਨ ਦਿੱਤੀ ਗਈ। ਉਹਨਾਂ ਨੇ ਸਾਨੂੰ ਮੈਚ ਖੇਡਣ ਨਹੀਂ ਦਿੱਤਾ, ਕਾਗਜ਼ਾਂ ਦੇ ਵਿੱਚ ਹੀ ਫਸਟ ਸਟੈਂਡ ਕੱਢ ਲਿਆ ਜੀ। ਤੁਸੀਂ ਆਪਣੀ ਆਵਾਜ਼ ਨੂੰ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਉਸ ਟਾਈਮ 'ਤੇ? ਸਰ ਮੈਂ ਕੀਤੀ, ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। ਮੈਂ ਉਸ ਟਾਈਮ ਸਰਦਾਰ ਹਰਮੀਤ ਸਿੰਘ MLA ਸਾਹਿਬ ਵੀ ਉਹਨਾਂ ਕੋਲ ਵੀ ਗਿਆ ਵੀ ਇਹ ਲੜਕੀਆਂ ਮੈਂ ਤਿਆਰ ਕੀਤੀਆਂ ਨੂੰ ਖਿਡਾਓ, ਉਹਨਾਂ ਭੇਜਿਆ। ਅਤੇ ਜਿਹੜੇ ਸਾਡੀ ਇੰਸਟੀਟਿਊਸ਼ਨ ਦੇ ਮੇਨ ਪ੍ਰਧਾਨ ਹੈ ਪੰਜਾਬ ਦੇ ਮੱਲੀ ਸਾਹਿਬ ਫਰੀਦਕੋਟ ਤੋਂ, ਉਹਨਾਂ ਨੂੰ ਕਿਹਾ, ਉਹਨਾਂ ਕਿਹਾ ਜਿੰਨਾ ਤੁਹਾਡਾ ਕੋਚ ਇੱਥੋਂ ਵਾਲਾ ਇੰਸਟੀਟਿਊਸ਼ਨ ਪ੍ਰਧਾਨ ਨਹੀਂ ਯਾਦ ਦਿੰਦਾ ਮੈਂ ਤੁਹਾਨੂੰ ਕੋਈ ਨਹੀਂ ਖਿਡਾ ਸਕਦਾ। ਅਤੇ ਜਦੋਂ ਅਸੀਂ ਮੁਦਕੀਆਂ ਖੇਡੇ ਸਾਡੇ ਮੁੰਡਿਆਂ ਨੇ ਧਰਨਾ ਲਾ ਸਾਡੇ ਵਿੱਚ ਗਰਾਊਂਡ 'ਚ ਬਹਿ ਗਏ ਆ, ਸਾਡੀ ਕੋਈ ਸੁਣਾਈ ਨਹੀਂ ਹੋਈ। ਫਿਰ ਹਾਰ ਕੇ ਸਾਨੂੰ ਉੱਥੇ ਦਾ ਉੱਧਰ ਦਾ ਇਲਾਕਾ ਸੀ, ਸਾਨੂੰ ਹਾਰ ਕੇ ਪੁਲਿਸ ਨੇ ਠਾ ਕੇ ਤੁਹਾਨੂੰ ਉੱਠਣਾ ਪਿਆ। ਵਰਨਾ ਅਸੀਂ ਮੁੜ ਕੇ ਕੀ ਕਰਨੇ ਜੀ। ਮੁੜ ਕੇ ਇਹਨਾਂ ਇੰਸਟੀਟਿਊਸ਼ਨ ਵਾਲਿਆਂ ਨੇ ਕੀ ਕਹਿਤਾ ਵੀ ਮੇਰਾ ਜੋ ਵੀ ਬੱਚਾ ਮੇਰੇ ਵੱਲੋਂ ਖੇਡਦਾ ਸੀ ਉਹਨੂੰ ਇਹਨਾਂ ਨੇ ਜਾਣਾ ਹੀ ਖਿਡਾਉਣਾ ਹੀ ਬੰਦ ਕਰ ਘੱਤਿਆ। ਅਤੇ ਫਿਰ ਇਸ ਕਰਕੇ ਫਿਰ ਮੈਂ ਉਹਦੇ ਬਾਅਦ ਨਾ ਖਿਡਾਉਣਾ ਉਹਦਾ ਸੋਚਿਆ ਵੀ ਮੈਂ ਨਾ ਹੀ ਖਿਡਾਵਾਂ, ਕਿਉਂਕਿ ਜਿਹੜਾ ਮੇਰਾ ਬੱਚਾ ਚੰਗਾ ਤਿਆਰ ਕੀਤਾ ਇਹ ਨਹੀਂ ਖਿਡਾਉਣਗੇ, ਕਿਉਂਕਿ ਇਹ ਚਾਹੁੰਦੇ ਜਿਹੜਾ ਬੱਚਾ ਮਾੜਾ ਵਾ ਜਿਹਦੀ ਫਰਮਾਇਸ਼ ਆ ਕੋਈ ਉਹਨੂੰ ਗਾੜੀ ਲਾਇਆ ਜਾਵੇ। ਨਹੀਂ ਤਾਂ ਬਹੁਤ ਵਧੀਆ ਟੀਮ ਹੀ 70 ਕਿਲੋ ਦੀ ਕੋਰ ਦੇ 5 ਵਾਰ ਦੇ ਮੁੰਡੇ ਮੇਰੇ ਤੋਂ, ਜਿਹੜੇ ਵੀ ਮੈਂ ਵਾਅਦੇ ਨਾਲ ਕਹਿ ਸਕਦਾ ਵੀ ਕੋਈ ਨਹੀਂ ਹਰਾ ਸਕਦਾ ਉਹਨਾਂ ਨੂੰ, ਜਿਹਨਾਂ 'ਚੋਂ ਕੀ ਤਕਰੀਬਨ ਕੁਝ ਮੁੰਡੇ ਬਾਹਰ ਚਲ ਗਏ ਆ ਕੋਰਟ ਦੇ ਆ, ਕੁਝ ਭਰਤੀ ਹੋ ਗਏ ਆ, ਚਲੋ ਕੁਝ ਆਪਣੇ ਗ੍ਰਿਸ਼ਤੀ ਕੰਮਾਂ 'ਚ ਪੈ ਗਏ ਆ। ਬਹੁਤ ਵਧੀਆ ਪਲੇਅਰ ਸੀ, ਪਰ ਇਹਨਾਂ ਨੇ ਜਿਹੜੀ ਉੱਥੇ ਸਾਡੇ ਨਾਲ ਕੀਤੀ ਉਹਨੂੰ ਬਹੁਤ ਪਲੇਅਰਾਂ ਨੂੰ ਠੇਸ ਪਹੁੰਚੀ ਸੀ। ਉਹਨਾਂ ਕਰਕੇ ਬਹੁਤ ਪਲੇਅਰ ਅੱਗੇ ਵੀ ਨਹੀਂ ਸੀ ਇਹ ਕੰਮ ਨਹੀਂ ਕਰਨਾ। ਮੁੜ ਕੇ ਲੜਕੀਆਂ ਵਾਰੀ ਵੀ ਇਹੋ ਕੁਛ ਆ, MLA ਸਾਹਿਬ ਦੀ ਫਰਮਾਇਸ਼ ਵੀ ਪਾਈ, ਪਰ ਉਹਦੇ ਮੱਲੀ ਸਾਹਿਬ ਵੀ ਉੱਥੋਂ ਦੇ ਫਰੀਦਕੋਟ ਵਾਲੇ ਉਹ ਨਹੀਂ ਮੰਨੇ। ਜਿੰਨਾ ਚਿਰ ਤੁਹਾਡਾ ਪ੍ਰਧਾਨ ਨਹੀਂ ਮੰਨੂਗਾ ਸਿਰੋਂ ਵਾਲਾ ਸਰਦਾਰ ਬਚਿੱਤਰ ਸਿੰਘ, ਉਨ ਚਿਰ ਅਸੀਂ ਨਹੀਂ ਕੁਛ ਵੀ ਕਰ ਸਕਦੇ। ਚਲੋ ਜੀ ਮੁੜ ਕੇ ਉਹਨੇ ਆਪਣੀਆਂ ਖੜਦੀਆਂ ਜੀ। ਇੱਕ ਵਾਰ ਵੀ ਇਹ ਕਹਿ ਦੇਣ ਜਿੰਨੀ ਦਾ ਮੈਂ ਟੀਮ ਕਰੀ ਕੋਈ ਨਾ ਕੋਈ ਪੋਜੀਸ਼ਨ ਲੈ ਕੇ ਆਉਂਦਾ ਰਿਹਾ। ਮੈਂ ਮੱਲੀਆਂ ਪਿੰਡ ਅੰਡਰ ਸੀਨੀਅਰ ਇੰਸਟੀਟਿਊਸ਼ਨ ਹੋਈ ਹੈ ਜੀ, ਉਹਦੇ ਵਿੱਚ ਵੀ ਮੈਂ ਇਹਨਾਂ ਨੂੰ ਸੈਕੰਡ ਡਿਵੀਜ਼ਨ ਲੈ ਕੇ ਦਿੱਤੀ ਸੀ। ਅੰਡਰ 16 ਹੋਈ ਜੀ ਮੁੰਡਿਆਂ ਦੀ, ਉਹ 'ਚ ਵੀ ਇਹਨਾਂ ਨੂੰ ਡਿਪਾਰਟਮੈਂਟ ਵੱਲੋਂ ਫਸਟ ਡਿਵੀਜ਼ਨ ਪਾ ਕੇ ਦਿੱਤੀ ਸੀ ਤਰਨਤਾਰਨ ਜ਼ਿਲ੍ਹੇ ਦੀ। ਪਰ ਇਹਨਾਂ ਜੀ ਬਾਅਦ 'ਚ ਇਹਨਾਂ ਸੋਚਿਆ ਵੀ ਨਹੀਂ ਇਹ ਕੀ ਪਤਾ ਸਾਡੇ ਕਈਆਂ ਕੁਛ ਨੇ ਕਿ ਸਾਡੀ ਥਾਂ ਨਾ ਮਾਲੇ ਸ਼ਾਇਦ ਇੱਥੋਂ ਦੀ ਡਿਪਾਰਟਮੈਂਟ 'ਚ ਨਾ ਵੜ ਜੇ, ਕੋਈ ਚੱਕਰ ਨਾ ਹੋ ਜਾਏ। ਇਸ ਕਰਕੇ ਇਹਨਾਂ ਨੇ ਮੈਨੂੰ ਪਛਾਣ ਹਟਾਉਣਾ ਸ਼ੁਰੂ ਕਰਕੇ ਦਿੱਤਾ ਨਾ, ਜਿਹੜਾ ਮੇਰਾ ਬੱਚਾ ਨੂੰ ਕਹਿਣਾ ਜੇ ਤੂੰ ਉਹਦੇ ਕੋਲ ਖੇਡਦਾ ਵਾ ਅਸੀਂ ਤੈਨੂੰ ਗਾਂ ਨਹੀਂ ਜਾਣ ਦੇਣਾ। ਇਸ ਕਰਕੇ ਸਰ ਜੀ ਮੇਰਾ ਮਨ ਖੱਟਾ ਗਿਆ ਅਤੇ ਮੈਂ ਅਕੈਡਮੀ ਛੱਡਾਂ। ਪਰ ਮੈਂ ਸਰਕਾਰ ਤੋਂ ਇਹ ਅਪੀਲ ਕਰਦਾ ਵਾਂ ਕਿ ਮੈਨੂੰ ਪਿੰਡ ਭੁੱਜਣਾ 'ਚ ਗਰਾਊਂਡ ਦਿੱਤੀ ਜਾਵੇ, ਅਤੇ ਮੈਂ ਹੋ ਸਕਦਾ ਮੈਨੂੰ ਬੱਚੀਆਂ ਵੀ ਬਹੁਤ ਆਉਂਦੀਆਂ ਵਾ ਵੀ ਸਾਨੂੰ ਤਿਆਰ ਕਰੋ, ਪਰ ਮੈਨੂੰ ਇਹ ਵੀ ਸ਼ਹਿਰ ਦੇ ਵਿੱਚ ਜਾ ਕੇ ਜਿੱਥਾਂ ਰਹਿਣਾ ਔਖਾ ਵਾ। ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਖਰਚੇ ਬੜੇ, ਗਰਾਊਂਡ ਦੇ ਵੀ ਕਈ ਕੋਈ ਹੋਰ ਵੀ। ਫਿਰ ਇਸ ਕਰਕੇ ਮੈਂ ਚਾਹੁੰਦਾ ਮੈਨੂੰ ਗਰਾਊਂਡ ਦਿੱਤੀ ਜਾਵੇ, ਫਿਰ ਮੈਂ ਪਲੇਅਰ ਤਿਆਰ ਕਰ ਸਕਦਾ। ਮੇਰੀ ਸਰਕਾਰ ਕੀ ਇਹੋ ਮੰਗ ਆ ਵੀ ਮੇਰੇ ਭੁੱਜਣ ਵਾਲੇ ਦੇ ਵਿੱਚ ਮੈਨੂੰ ਗਰਾਊਂਡ ਦਿੱਤੀ ਜਾਵੇ, ਸਟੇਡੀਅਮ ਬਣਾਇਆ ਜਾਵੇ, ਅਤੇ ਮੈਂ ਇਹ ਆਪਣੇ ਨਾਲ ਪੂਰੀ ਸ਼ਾਦੀ ਦਿੰਦਾ ਵਾਂ ਵੀ ਮੈਂ ਚੰਗੇ ਪਲੇਅਰ ਤਿਆਰ ਕਰੂੰਗਾ। ਅਤੇ ਜੇ ਮੇਰੀ ਗਰਾਊਂਡ ਦਿੱਤੀ ਜਾਵੇ ਅਤੇ ਮੈਨੂੰ ਸਟੇਡੀਅਮ ਬਣਾ ਦਿੱਤਾ ਜਾਵੇ, ਮੈਂ ਲੜਕੇ ਵਧੀਆ ਤਿਆਰ ਕਰੂ, ਲੜਕੀਆਂ ਵੀ ਵਧੀਆ ਤਿਆਰ ਕਰੂੰਗਾ, ਗੇਮ ਖੇਡਣਗੀਆਂ ਅਤੇ ਆਪਣੇ ਤਰਨਤਾਰਨ ਜ਼ਿਲ੍ਹੇ ਦਾ ਕਿ ਆਪਣੇ ਪੰਜਾਬ ਦਾ ਨਾਂ ਹੀ ਰੋਸ਼ਨ ਕਰਨਗੀਆਂ ਜੀ। ਦੋਸਤੋ ਅਜਿਹੇ ਸਪੋਰਟਸ ਵੀਰਾਂ ਨੂੰ ਸਪੋਰਟਸ ਦੇ ਨਾਲ ਰਿਲੇਟਡ ਕਹਿ ਸਕਦੇ ਹਾਂ ਕੋਚ ਨੇ ਭਾਜੀ, ਅਜਿਹੇ ਵੀਰਾਂ ਨੂੰ ਸਰਕਾਰ ਦੀ ਅਤੇ ਤੁਹਾਡੀ ਜਿਹੜੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਮੈਂ ਫਿਰ ਤੋਂ ਇੱਕ ਵਾਰ ਭੈਣ ਨਵਨੀਤ ਕੌਰ ਨੂੰ ਪੁੱਛਣਾ ਚਾਹਾਂਗਾ, ਫਿਰ ਜਿਹੜੇ ਤੁਹਾਡੇ ਨਾਲ ਪਲੇਅਰ ਉਸ ਟਾਈਮ 'ਤੇ ਕੁੜੀਆਂ ਜਿਹੜੀਆਂ ਖੇਡੀਆਂ ਸੀ 2010 ਤੋਂ 13 ਦੇ ਵਿੱਚ, ਉਹ ਵੀ ਅੱਜ ਕੱਲ੍ਹ ਦੇ ਵਿੱਚ ਕਿਸੇ ਨੌਕਰੀ ਜੋਬ ਕਰ ਰਹੀਆਂ ਕਿ ਜਾਂ ਸਾਰੇ ਪਲੇਅਰ ਇਸੇ ਤਰ੍ਹਾਂ ਹੈ? ਕੀ ਉਹਨਾਂ ਬਾਰੇ ਹੁਣ ਤੁਹਾਡੀ ਗੱਲਬਾਤ ਹੁੰਦੀ ਸਾਰਿਆਂ ਨਾਲ? ਕਿੱਥੇ ਨੇ ਉਹ ਅੱਜ ਕੱਲ੍ਹ? ਉਹਨਾਂ ਨੂੰ ਕੋਈ ਜੋਬ ਮਿਲੀ ਹੈ? ਤੁਸੀਂ ਅਪਲਾਈ ਕੀਤਾ ਕਦੀ? ਇਸ 'ਤੇ ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਵੀ ਅਪਲਾਈ ਕੀਤਾ, ਪਰ ਨਹੀਂ ਬਾਕੀ ਜਿਹੜੀਆਂ ਵੀ ਮੇਰੇ ਨਾਲ ਕੁੜੀਆਂ ਖੇਡਦੀਆਂ ਰਹੀਆਂ ਵਾ ਉਹ ਸਾਰੀਆਂ ਵੇਖੋ ਮੇਰੀ ਟੀਮ ਸੀ ਸਾਡੀ ਪੂਰੀ, ਅਤੇ ਉਹ ਵੀ ਹੁਣ ਇੱਦਾਂ ਘਰੇ ਹੀ ਬੈਠੀਆਂ ਹੋਈਆਂ ਵਾ,
ਕਿਸੇ ਨੂੰ ਕੋਈ ਜੋਬ ਨਹੀਂ ਮਿਲੀ। ਤੁਸੀਂ ਸਰਕਾਰ ਗਾੜੀ ਕੀ ਮੰਗ ਕਰਦੇ ਕਿ ਜਿੰਨੀਆਂ ਇਹ ਪਲੇਅਰਾਂ ਨੇ ਹੁਣ ਨੈਸ਼ਨਲ ਤੱਕ ਖੇਡੇ ਨੇ, ਤੁਸੀਂ 골ਡ ਦੱਸਿਆ ਜਾ ਰਿਹਾ ਹੈ, ਕੀ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਕਿਸੇ ਕਿਸਮ ਦੀ ਕੋਈ ਨੌਕਰੀ, ਕੋਈ ਫੰਡ ਜਿਹੜਾ ਸਾਨੂੰ ਮਿਲਣਾ ਚਾਹੀਦਾ? ਹਾਂਜੀ, ਮੈਂ ਇਹੀ ਅਪੀਲ ਕਰਦੀ ਹਾਂ ਕਿ ਪਲੇਅਰਾਂ ਨੂੰ ਨੌਕਰੀ ਦਿੱਤੀ ਜਾਵੇ। ਅਤੇ ਬਾਕੀ ਹੋਰ ਮਤਲਬ ਕਿ ਜਿੱਦਾਂ ਮਾਂ ਪਿਓ ਆਪਣੇ ਬੱਚਿਆਂ ਨੂੰ ਕੱਢਦੇ ਆ ਘਰੋਂ, ਮਤਲਬ ਕਿ ਤੁਸੀਂ ਖੇਡੋ, ਅਤੇ ਜਿਹੜੀ ਸਰਕਾਰ ਆਪਣੀ ਉਹ ਗਾਂਹ ਨੌਕਰੀ ਨਹੀਂ ਦਿੰਦੀ, ਅਤੇ ਇਸ ਕਰਕੇ ਮਾਂ ਪਿਓ ਦਾ ਮਨ ਵੀ ਖੱਟਾ ਜਾਂਦਾ ਅਤੇ ਬਾਕੀ ਪਲੇਅਰਾਂ ਦਾ ਮਨ ਵੀ ਖੱਟਾ ਹੁੰਦਾ ਕਿ ਜਦੋਂ ਸਾਨੂੰ ਕੋਈ ਨੌਕਰੀ ਨਹੀਂ ਮਿਲਦੀ। ਬਾਕੀ ਮੈਂ ਇਹੀ ਕਹਾਂਗੀ ਕਿ ਜਿੰਨੀਆਂ ਵੀ ਮੇਰੇ ਨਾਲ ਕੁੜੀਆਂ, ਮਤਲਬ ਮੇਰੀਆਂ ਫਰੈਂਡਸ ਜਾਂ ਕੋਈ ਮੁੰਡੇ ਜੋ ਵੀ ਖੇਡਦੇ ਰਹੇ ਆ, ਅੱਜ ਤੱਕ ਕਿਸੇ ਨੂੰ ਨੌਕਰੀ ਨਹੀਂ ਮਿਲਣੀ। ਮੇਰੇ ਨਾਲ ਹਾਲੇ ਵੀ ਗੱਲ ਹੁੰਦੀ ਆ, ਪਰ ਇਹੀ ਪੁੱਛੀਦਾ ਗਏ ਹੀ, ਹਾਂ ਗਏ ਹੀ, ਬਸ ਜਿਹਨੂੰ ਫਰਮੈਸ਼ ਪਾ ਲੈਂਦਾ ਵਾ ਜਾਂ ਰਿਸ਼ਵਤ ਦੇ ਦਿੰਦਾ ਉਹਨੂੰ ਭਰਤੀ ਕਰ ਲੈਂਦੇ ਗਾਂ, ਬਾਕੀ ਜਿਹੜਾ ਨਹੀਂ ਦਿੰਦਾ ਉਹਨੂੰ ਇੱਥੇ ਰਹਿਣ ਦਿੰਦੇ ਕਿ ਨਹੀਂ ਬਸ ਠੀਕ ਆ, ਇੱਥੇ ਹੀ ਰਹੋ। ਇਹ ਵੀਰ ਜੀ, ਤੁਸੀਂ ਪੁਰਾਣੀਆਂ ਤਸਵੀਰਾਂ ਦੇ ਵਿੱਚ ਵੀ ਵੇਖ ਸਕਦੇ ਕਿ ਭਾਜੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ, ਲੇਕਿਨ ਅਜਿਹੇ ਪਲੇਅਰਾਂ ਦੀ ਜਿਹੜੀ ਹੈ ਅੱਜ ਦੇ ਸਮੇਂ ਦੇ ਵਿੱਚ ਕਦਰ ਕਿਉਂ ਨਹੀਂ ਪੈ ਰਹੀ? ਇਸ 'ਤੇ ਕੀ ਕਹਿਣਾ ਚਾਹੋਗੇ? ਅੱਜ ਦੇ ਸਮੇਂ ਦੇ ਵਿੱਚ ਕਿਉਂ ਨਹੀਂ ਕਦਰ ਪੈ ਰਹੀ ਅਜਿਹੇ ਪਲੇਅਰਾਂ ਦੀ, ਜਿਹੜੇ ਨਵੇਂ ਲੜਕੇ ਤੇ ਲੜਕੀਆਂ ਨੂੰ ਕਬੱਡੀ ਦੇ ਵਿੱਚ ਤਿਆਰ ਕਰ ਸਕਦੇ ਨੇ? ਕੀ ਮੁਸ਼ਕਲਾਂ ਫਿਰ ਇਹਨਾਂ ਨੂੰ ਕੀ ਆਉਂਦੀਆਂ ਨੇ ਜਦੋਂ ਕੋਈ ਸਰਕਾਰ ਵੱਲੋਂ, ਕਿਸੇ NRI ਭਰਾ ਵੱਲੋਂ, ਕਿਸੇ ਵੀ ਜਿਹੜੀ ਆ ਫੋਰਨ ਕੰਟਰੀਆਂ ਦੀ ਕੋਈ ਅਕੈਡਮੀ ਵੱਲੋਂ ਜਿਹੜਾ ਇਹਨਾਂ ਦਾ ਸਾਥ ਨਹੀਂ ਦਿੱਤਾ ਜਾਂਦਾ? ਤੁਸੀਂ ਇਸ 'ਤੇ, ਮੈਂ ਭਾਜੀ ਕੋਲ ਵੀ ਜਾਵਾਂਗਾ ਇਸ ਗੱਲ ਨੂੰ ਲੈ ਕੇ। ਹਾਂਜੀ, ਇਸ 'ਤੇ ਮੈਂ ਇਹ ਕਹਾਂਗੀ ਕਿ ਸਰਕਾਰ ਨੂੰ ਚਾਹੀਦਾ, ਕਿਉਂਕਿ ਮੇਰੇ ਨਾਲ ਜਿੰਨੀਆਂ ਵੀ ਖੇਡਦੀਆਂ ਸੀ, ਕੋਈ ਵੀ ਮਤਲਬ ਕਿ ਅਸੀਂ ਠੀਕ ਠਾਕ ਜੇ ਘਰਾਂ 'ਚੋਂ ਮਤਲਬ ਆਪਾਂ ਖੇਡਣ ਉੱਠਦੇ ਹਾਂ, ਬਾਕੀ ਜਦੋਂ ਸਰਕਾਰ ਆਪਾਂ ਨੂੰ ਖੁਰਾਕ ਨਹੀਂ ਦਿੰਦੀ ਜਾਂ ਕੋਈ ਮਤਲਬ ਆਪਣੀ ਹੈਲਪ ਨਹੀਂ ਕਰਦੀ, ਅਤੇ ਫਿਰ ਦਿਲ ਟੁੱਟ ਜਾਂਦੀ ਆ ਕਿ ਨਹੀਂ ਖੇਡਣਾ। ਅਤੇ ਬਾਕੀ ਮਾਂ ਪਿਓ ਵੀ, ਤੁਹਾਨੂੰ ਵੀ ਪਤਾ ਵਾ ਕਿ ਮਾਂ ਪਿਓ ਵੀ ਕਿੰਨਾ ਕੁ ਖਰਚਾ ਦੇਵੇ, ਕਿਉਂਕਿ ਜੇ ਆਪਾਂ ਕਬੱਡੀ ਖੇਡਣੀ ਆਪਾਂ ਨੂੰ ਖੁਰਾਕ ਵੀ ਚਾਹੀਦੀ ਆ, ਠੀਕ ਆ, ਨਾਲ ਖਾਣਾ ਪੀਣਾ ਵੀ ਚਾਹੀਦਾ, ਵਧੀਆ ਗਰਾਊਂਡ ਵੀ ਚਾਹੀਦੀ ਆ, ਸਾਰਾ ਕੁਛ ਹੀ ਚਾਹੀਦਾ ਵਾ, ਪਰ ਨਹੀਂ ਦਿੰਦੀਆਂ ਸਰਕਾਰਾਂ, ਦਿੰਦੀਆਂ ਹੀ ਨਹੀਂ ਆ। ਅਤੇ ਬਾਕੀ ਚਲੋ ਕਿਸੇ ਨੇ ਥੋੜ੍ਹੀ ਬਹੁਤੀ ਮਦਦ, ਮੇਰੇ ਹਸਬੈਂਡ ਆ ਇਹਨਾਂ ਵੀ ਬਹੁਤ ਮਦਦ ਕੀਤੀ, ਜਿਹੜੀਆਂ ਕੁੜੀਆਂ ਮੇਰੇ ਨਾਲ ਖੇਡਦੀਆਂ ਰਹੀਆਂ ਵਾਧੂ ਕੀਤਾ, ਪਰ ਨਹੀਂ ਕੁਛ ਸਰਕਾਰ ਵੀ ਸਾਡੀ ਬਾਂਹ ਫੜੇ, ਸਾਡਾ ਸਾਥ ਦੇਵੇ, ਤਾਂ ਸਾਨੂੰ ਵੀ ਲੱਗੇ ਕਿ ਅਸੀਂ ਖੇਡਦੇ ਹਾਂ ਜਾਂ ਸਾਡੀ ਸਰਕਾਰ ਸੁਣਦੀ ਹੈ ਅਤੇ ਅਸੀਂ ਗਾਂਹ ਖੇਡੀਏ। ਬਾਕੀ ਕੁੜੀਆਂ ਹਾਲੇ ਵੀ ਮੈਨੂੰ ਫੋਨ ਕਰਕੇ ਇਹੀ ਕਹਿੰਦੀਆਂ ਕਿ ਭਾਜੀ ਨੂੰ ਬੋਲੋ ਕਿ ਅਕੈਡਮੀ ਆਪਾਂ ਖੋਲੀਏ, ਆਪਾਂ ਦੁਬਾਰਾ ਤੋਂ ਸ਼ੁਰੂ ਕਰੀਏ, ਪਰ ਜਦੋਂ ਵੇਖੀਦਾ ਕਿ ਸਰਕਾਰਾਂ ਕੁਛ ਨਹੀਂ ਦਿੰਦੀਆਂ, ਫਿਰ ਦਿਲ ਟੁੱਟ ਜਾਂਦਾ, ਫਿਰ ਕਹੀਦਾ ਕਿ ਨਹੀਂ ਹੁਣ ਦਿਲ ਨਹੀਂ ਕਰਦਾ ਖੇਡਣ ਲਈ। ਬਾਕੀ ਮੈਨੂੰ ਹਾਲੇ ਵੀ ਕੁੜੀਆਂ ਬਹੁਤ ਜ਼ੋਰ ਲਾਉਂਦੀਆਂ ਵਾ ਕਿ ਆਪਾਂ ਅਕੈਡਮੀ ਦੁਬਾਰਾ ਸ਼ੁਰੂ ਕਰੀਏ, ਆਪਾਂ ਖੇਡੀਏ ਦੁਬਾਰਾ, ਅਤੇ ਮੇਰਾ ਵੀ ਬਹੁਤ ਦਿਲ ਕਰਦਾ ਕਿ ਮੈਂ ਫਿਰ ਦੁਬਾਰਾ ਖੇਡਾਂ, ਪਰ ਨਹੀਂ ਜਦੋਂ ਸਰਕਾਰਾਂ ਗਾਂਹ ਕੁਛ ਕਰਦੀਆਂ ਨਹੀਂ, ਫਿਰ ਸਾਰੇ ਕਹਿ ਦਿੰਦੇ ਕਿ ਕੀ ਫਾਇਦਾ ਗਰਾਊਂਡ 'ਚ ਜਾ ਕੇ ਲੱਤਾਂ ਗੋਡੇ ਤੜਾਉਣ ਦਾ, ਕੀ ਫਾਇਦਾ? ਕੋਈ ਫਾਇਦਾ ਨਹੀਂ ਆ, ਤੁਸੀਂ ਬਸ ਹੁਣ ਆਪਣਾ ਘਰੇ ਰਹੋ ਅਤੇ ਆਪਣੇ ਬੱਚੇ ਸਾਂਭੋ। ਤੁਸੀਂ ਭਾਜੀ ਇਸ 'ਤੇ ਕੀ ਕਹਿਣਾ ਚਾਹੋਗੇ? ਕਿਹੜੀਆਂ ਮੁਸ਼ਕਲਾਂ ਇੱਕ ਪਲੇਅਰ ਨੂੰ ਆਉਂਦੀਆਂ ਨੇ, ਕੀ ਇਸ 'ਤੇ ਕਹਿਣਾ ਚਾਹੋਗੇ ਜੀ? ਇਹ ਭਾਈ ਜਿੰਨੀਆਂ ਵੀ ਲੜਕੀਆਂ ਨੇ ਤਕਰੀਬਨ ਸਭ ਗਰੀਬ ਘਰ ਤੋਂ ਲੜਕੀਆਂ ਉੱਠੀਆਂ ਹੋਈਆਂ ਵਾ। ਹੁਣ ਇੱਕ ਜੌੜੇ ਦੀ ਵੀਰਪਾਲ ਆ ਜੀ, ਉਹ ਅੰਡਰ 16 ਦੇ 4 골ਡ, ਅੰਡਰ 19 ਦੇ 골ਡ, ਅੰਡਰ ਯੂਨੀਵਰਸਿਟੀਆਂ ਲੱਗੀਆਂ ਹੋਈਆਂ ਜੀ। ਉਹ ਵੀ ਇੱਕ ਬਹੁਤ ਗਰੀਬ ਘਰੋਂ ਆ, ਉਹਨੂੰ ਵੀ ਅਜੇ ਤੱਕ ਕੋਈ ਨੌਕਰੀ ਨਹੀਂ ਮਿਲੀ। ਇਹਨਾਂ 'ਚ ਇਹ ਸਿਰਫ ਇਹੋ ਮੁਸ਼ਕਿਲ ਆ ਰਹੀ ਆ, ਵੀ ਗਰੀਬ ਘਰਾਂ ਦੀ ਜੇ ਸਰਕਾਰ ਇਹਨਾਂ ਦੀ ਕੋਈ ਸਹੂਲਤ ਦੇਵੇ ਅਤੇ ਫਿਰ ਇਹਨਾਂ ਨੂੰ ਵਾਦਾ, ਕਿਉਂਕਿ ਜਿੰਨਾ ਮੇਰੇ ਕੋਲ ਹੋ ਸਕਿਆ ਮੈਂ ਕੀਤਾ ਸੀ, ਕਿਉਂਕਿ ਮੇਰੇ ਤੋਂ ਗਰਾਊਂਡ ਵੀ ਨਹੀਂ ਹੈਗੀ। ਮੈਂ ਜਾ ਕੇ ਤਾਂ ਸਟੇਡੀਅਮ ਦੇ ਵਿੱਚ ਇਹਨਾਂ ਦੀ ਮਿਹਨਤ ਲਵਾਈ, ਉੱਥੇ ਲਾ ਕੇ ਕੋਈ ਪੈਲੀ ਖਾਲੀ ਹੁੰਦੀ ਸੀ, ਉਹ ਕਿਸੇ ਡਾਕਟਰ ਦੀ ਉਹਨੂੰ ਕਿਹਾ ਭਾਜੀ ਮੈਨੂੰ ਦੇ ਦਿਓ ਗਰਾਊਂਡ 'ਚੋਂ, ਚਲੋ ਦਿੱਤੀ, ਵਧੀਆ ਪਲੇਅਰ ਤਿਆਰ ਹੋਈਆਂ। ਇਹਨਾਂ ਨੂੰ ਇਹੋ ਮੁਸ਼ਕਿਲ ਦੀ ਨਾ ਤਾਂ ਗਰਾਊਂਡ ਹੈਗੀ ਆ, ਨਾ ਕੋਈ ਸਟੇਡੀਅਮ ਆ, ਨਾ ਇਹਨਾਂ ਨੂੰ ਕੋਈ ਖਰਚਾ ਵਾ ਇਹਨਾਂ ਲਈ ਵੀ ਕੋਈ ਸਰਕਾਰ ਨੇ ਕੋਈ ਸਹੂਲਤ ਦੇ ਵੀ ਕਲੱਬ ਰਜਿਸਟਰ ਹੋਏ ਆ, ਇਹਨਾਂ ਦੇ ਵਿੰਗ ਦੇ ਟਰਾਇਲ ਲੈਣ ਜਾਂ ਵਿੰਗਾਂ 'ਚ ਇਹਨਾਂ ਨੂੰ ਕੋਈ ਸਹੂਲਤ ਦਿੱਤੀ ਜਾਵੇ। ਇਹਨੂੰ ਕੋਈ ਸਹੂਲਤ ਨਹੀਂ ਮਿਲਦੀ। ਇੱਕ ਗਰੀਬ ਪਰਿਵਾਰ ਹੋਣ ਕਰਕੇ ਕੁਛ ਚਿਰ ਖੇਡਦੀਆਂ ਵਾ, ਇਹਨੂੰ ਕੋਈ ਨਹੀਂ ਸੁਣਦਾ, ਫਿਰ ਇਹ ਆਪਣੇ ਘਰੋਂ ਘਰੀ ਬਹਿ ਜਾਂਦੀਆਂ। ਕਿਉਂਕਿ ਜਿੰਨੀਆਂ ਮੇਰੇ ਕੋਲ ਲੜਕੀਆਂ ਤਕਰੀਬਨ ਸਭ ਗਰੀਬ ਘਰ ਦੀਆਂ, ਵਧੀਆ ਪਲੇਅਰ ਸਾਰੀਆਂ। ਹੁਣ ਇੱਕ ਆ ਤੁਹਾਨੂੰ ਵਿਖਾਉਣਾ ਫੋਟੋ ਆ ਮਨਿੰਦਰ ਨਸ਼ਹਿਰਾ ਢਾਲਾ ਦੀ, ਆਹ ਵੇਖੋ ਜੀ, ਇਹ ਇੰਡੀਆ ਖੇਡੀ ਹੋਈ ਆ, ਪੂਰਾ ਇੰਡੀਆ ਖੇਡੀ ਹੋਈ ਆ। ਇਹਨੂੰ ਕੋਈ ਨੌਕਰੀ ਮਿਲੀ, ਇਹਦੀ ਹੁਣ ਮੈਰਿਜ ਹੋ ਚੁੱਕੀ ਆ, ਪਰ ਇਹ ਸਿਰਫ ਗਰੀਬ ਘਰ ਕਰਕੇ ਜੀ। ਠੀਕ ਹੈ ਜੀ। ਸੋ ਦੋਸਤੋ, ਤੁਸੀਂ ਵੇਖ ਸਕਦੇ ਕਿ ਕਿਸ ਤਰ੍ਹਾਂ ਦੇ ਨਾਲ ਕਬੱਡੀ ਪਲੇਅਰਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ, ਜਿਨ੍ਹਾਂ ਮੁਸ਼ਕਲਾਂ ਦੇ ਕਾਰਨ ਕਬੱਡੀ ਖਿਡਾਰੀ ਅੱਗੇ ਨਹੀਂ ਵੱਧ ਸਕਦੇ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੀਆਂ ਸਟੇਜਾਂ ਲਗਾ ਕੇ ਇਹਨਾਂ ਨਾਲ ਵਾਅਦੇ ਤਾਂ ਕੀਤੇ ਜਾਂਦੇ ਆ, ਲੇਕਿਨ ਕਿਤੇ ਨਾ ਕਿਤੇ ਕਹਿ ਸਕਦੇ ਆ ਉਹ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ। ਮੈਂ ਤੁਹਾਨੂੰ ਦਿਖਾ ਸਕਦਾ ਕਿ ਇਹ ਸਰਟੀਫਿਕੇਟ ਨੇ ਇਸ ਭੈਣ ਦੇ, ਕਿੱਥੋਂ ਤੱਕ ਸਕੂਲ ਲੈਵਲ ਤੋਂ ਸ਼ੁਰੂ ਹੋ ਕੇ ਆਪਣੇ ਕਾਲਜ ਲੈਵਲ ਤੱਕ ਵੀ ਜਿਹੜੀ ਕਬੱਡੀ ਜਿਹੜੀ ਇਹਨਾਂ ਨੇ ਖੇਡੀ ਹੈ, ਲੇਕਿਨ ਸਰਕਾਰ ਵੱਲੋਂ ਜਿਹੜਾ ਕਿਸੇ ਕਿਸਮ ਦਾ ਕੋਈ ਫੰਡ, ਕੋਈ ਮੁੱਲ ਇਹਨਾਂ ਦਾ ਨਹੀਂ ਪਾਇਆ ਗਿਆ। ਮੰਗ ਕੀ ਕਰਨੀ ਚਾਹੋਗੇ ਵੀ ਜੇਕਰ ਹੁਣ ਜਿੰਨਾ ਟਾਈਮ ਤੁਸੀਂ ਭੈਣ ਕਬੱਡੀ ਖੇਡੀ ਹੈ, ਹੁਣ ਜਿਹੜੀਆਂ ਨਵੀਆਂ ਨੇ ਉਹਨਾਂ ਵਾਸਤੇ ਹੀ ਕੋਈ ਸਰਕਾਰ ਕਰ ਦੇਵੇ, ਇਸ 'ਤੇ ਕੁਝ ਕਹਿਣਾ ਚਾਹੋਗੇ? ਹਾਂਜੀ, ਮੈਂ ਕਹਿੰਦੀ ਕਿ ਚਲੋ ਜਿਹੜੇ ਹੁਣ ਪਲੇਅਰ ਖੇਡਣ ਦੇ ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ, ਤਾਂ ਕਿ ਉਹ ਸਾਡੇ ਵਾਂਗੂ ਇਹ ਨਾ ਕਹਿਣ ਕਿ ਸਾਨੂੰ ਸਰਕਾਰ ਨੇ ਕੁਛ ਨਹੀਂ ਦਿੱਤਾ। ਉਹਨਾਂ ਨੂੰ ਹੀ ਸਰਕਾਰ ਕੁਛ ਦੇਵੇ, ਨੌਕਰੀ ਦੇਵੇ, ਉਹਨਾਂ ਨੂੰ ਵੀ ਹੋਵੇ ਕਿ ਹਾਂ ਅਸੀਂ ਖੇਡੇ ਹਾਂ, ਸਾਨੂੰ ਨੌਕਰੀ ਮਿਲੀ ਆ। ਅਤੇ ਬਾਕੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਪਿੰਡ ਨੂੰ ਵੀ ਮਤਲਬ ਗਰਾਊਂਡ ਦਿੱਤੀ ਜਾਵੇ,
ਕਿ ਅਸੀਂ ਵੀ ਮੇਰੇ ਪਿੰਡ ਦੇ ਮੇਰਾ ਦਿਓਰ ਆ ਉਹ ਵੀ ਖੇਡਦਾ ਵਾ ਅਤੇ ਸਾਡੀ ਆਪਣੇ ਪਿੰਡ ਦੀ ਮੁੰਡਿਆਂ ਦੀ ਟੀਮ ਵੀ ਵਧੀਆ ਤਿਆਰ ਕਰ ਸਕੀਏ ਅਤੇ ਕੁੜੀਆਂ ਵੀ ਜਿਹੜੀਆਂ ਕਹਿੰਦੀਆਂ ਤੇ ਅਸੀਂ ਕੁੜੀਆਂ ਦੀ ਟੀਮ ਵੀ ਵਧੀਆ ਤਿਆਰ ਕਰ ਸਕੀਏ। ਦੋਸਤੋ ਇਸ ਟਾਈਮ ਤੇ ਮੈਂ ਜਿੱਥੇ ਇਸ ਪਿੰਡ ਦੇ ਵਿੱਚ ਪਹੁੰਚਿਆ, ਪੂਰੀ ਫੈਮਿਲੀ ਕਬੱਡੀ ਦੇ ਪਲੇਅਰ ਨੇ। ਮੈਂ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਸੇ ਕਹੋਗੇ ਵੀ ਕਬੱਡੀ ਲਾਈਨ 'ਚ ਪਾਓ। ਕਿਤੇ ਮਨ ਦੇ ਵਿੱਚ ਇਹ ਵੀ ਸਰਕਾਰਾਂ ਤੋਂ ਰੋਸ ਤੇ ਹੈ ਹੀ ਆ, ਪਰ ਮਨ ਦੇ ਵਿੱਚ ਆਉਂਦਾ ਕਿ ਕਿਤੇ ਆਉਣ ਵਾਲੀਆਂ ਸਰਕਾਰਾਂ ਹੀ ਸੁਣ ਲੈਣ। ਜੇ ਪਿਛਲੀਆਂ ਸਰਕਾਰਾਂ ਨੇ ਨਹੀਂ ਸੁਣਿਆ ਤਾਂ ਕੋਈ ਨਵਾਂ ਹੀ ਆ ਕੇ ਸਾਡੇ ਬੱਚਿਆਂ ਦੇ ਲਈ ਕੁਝ, ਸਾਡੇ ਲਈ ਕੁਝ, ਕਬੱਡੀ ਖੇਡ ਦੇ ਲਈ ਕੁਝ ਕਰ ਸਕਦਾ। ਹਾਂਜੀ, ਮੇਰੇ ਮਤਲਬ ਫਾਦਰ ਇਨ ਲਾ ਸਹੁਰਾ ਸਾਹਿਬ ਆ, ਉਹ ਵੀ ਮਤਲਬ ਬਾਕਸਿੰਗ ਖੇਡਦੇ ਰਹੇ ਸੀ। ਚਲੋ ਉਹ ਫੌਜ 'ਚ ਸੀ ਅਤੇ ਬਾਕੀ ਮੈਨੂੰ ਸ਼ੌਂਕ ਆ ਕਿ ਚਲੋ ਮੇਰੇ ਬੱਚੇ ਵੀ ਖੇਡਣ। ਪਰ ਜਦੋਂ ਗਾਂਹ ਵੇਖੀਦਾ ਕਿ ਸਰਕਾਰਾਂ ਕੋਈ ਕਰਦੀਆਂ ਨਹੀਂ, ਮਦਦ ਨਹੀਂ ਕਰਦੀਆਂ, ਫਿਰ ਸੋਚੀਦਾ ਕਿ ਰਹਿਣ ਦਿਓ, ਪੜ੍ਹੋ ਲਿਖੋ ਅਤੇ ਵਧੀਆ। ਇਹੀ ਕਹੀਦਾ ਕਿ ਪੜ੍ਹਨ ਲਿਖਣ ਬੱਚੇ ਅਤੇ ਆਪਾਂ ਬਾਹਰ ਭੇਜ ਦਈਏ ਬਸ। ਅੱਜ ਕੱਲ੍ਹ ਹਰ ਮਾਂ ਪਿਓ ਇਹੀ ਸੋਚਦਾ ਵਾ ਕਿ ਅਸੀਂ ਕਬੱਡੀ ਲਾਈਨ 'ਚ ਨਹੀਂ ਪਾਉਣਾ, ਸਾਡੇ ਬੱਚੇ ਪੜ੍ਹਨ ਲਿਖਣ ਵਧੀਆ ਅਤੇ ਅਸੀਂ ਇਹਨਾਂ ਨੂੰ ਬਾਹਰ ਕੱਢ ਦਈਏ। ਕੋਈ ਸੋਚਦਾ ਕਿ ਅਸੀਂ ਕਬੱਡੀ ਖਿਡਾਈਏ। ਕਿਹਾ ਜਾਂਦਾ ਸੀ ਪਹਿਲਾਂ ਵੀ ਘਰਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ, ਕੁੜੀ 10 ਜਾਂ 12 ਕਲਾਸਾਂ ਪੜ੍ਹ ਗਈ ਹੈ ਤਾਂ ਯਾਰ ਉਹਦਾ ਵਿਆਹ ਕੀਤਾ ਜਾਵੇ। ਘਰਾਂ ਦੇ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਸੀ ਕਿ ਉਸਦਾ ਵਿਆਹ ਕਰ ਦਿੱਤਾ ਜਾਵੇ। ਜੇ ਕੋਈ ਗੇਮ ਦੇ ਵਿੱਚ ਪੈ ਗਈ ਤਾਂ ਹੁਣ ਲੱਗਦਾ ਨਹੀਂ ਕਿ ਜਦੋਂ ਗੇਮ ਦੇ ਵਿੱਚ ਪੈਣ ਤੋਂ ਬਾਅਦ ਵੀ ਆਪਣੀ ਮਿਹਨਤ ਦਾ ਕੋਈ ਕਹਿ ਸਕਦੇ ਮੁੱਲ ਹੀ ਨਹੀਂ ਪਿਆ। ਤੇ ਕੀ ਇਸ 'ਤੇ ਕਹਿਣਾ ਚਾਹੋਗੇ ਵੀ ਮਿਹਨਤ ਦਾ ਤਾਂ ਫਿਰ ਮੁੱਲ ਨਹੀਂ ਪਿਆ ਜੀ? ਹਾਂਜੀ, ਤਾਂ ਹੀ ਤਾਂ ਮੈਂ ਕਹਿੰਦੀ ਹਾਂ ਕਿ ਮਿਹਨਤ ਦਾ ਕੋਈ ਮੁੱਲ ਨਹੀਂ ਪਿਆ। ਤੁਹਾਡੇ ਸਾਹਮਣੇ ਸਰਟੀਫਿਕੇਟ, ਸ਼ੀਲਡ ਆ, ਸਾਰਾ ਕੁਛ ਉੱਦਾਂ ਹੀ ਪਏ ਹੋਏ ਆ। ਅਤੇ ਇਹ ਜੇ ਕਿਸੇ ਮੇਰੇ ਕੰਮ ਆਉਂਦੇ ਤਾਂ ਫਿਰ ਵੀ ਮੈਂ ਕਹਿ ਸਕਦੀ ਕਿ ਹਾਂ ਮੈਂ ਖੇਡੀ ਹਾਂ, ਮੈਂ ਇੰਨਾ ਚਿਰ ਆਪਣੀ ਗਰਾਊਂਡ 'ਚ ਖੇਡੀ ਹਾਂ ਅਤੇ ਮੈਨੂੰ ਕੁਛ ਮਿਲਿਆ ਵਾ। ਪਰ ਨਹੀਂ, ਜਦੋਂ ਕੁਛ ਮਿਲਿਆ ਨਹੀਂ ਤਾਂ ਫਿਰ ਵੈਸੇ ਮੈਂ ਚਾਹੁੰਦੀ ਕਿ ਮੇਰੇ ਬੱਚੇ ਵੀ ਮਤਲਬ ਗਾਂਹ ਖੇਡਣ, ਪਰ ਨਹੀਂ। ਦੋਸਤੋ ਵੇਖ ਲਓ ਕਿ ਜਿੰਨੀਆਂ ਵੀ ਇਹਨਾਂ ਦੇ ਕੋਲ ਸ਼ੀਲਡਾਂ ਸੀਗੀਆਂ ਉਹ ਸਾਰੀਆਂ ਬਾਈ ਜੀ ਹੁਣਾਂ ਨਾਲ ਅੱਗੇ ਸਾਡੀ ਗੱਲਬਾਤ ਹੋ ਰਹੀ ਸੀ ਕਿ ਗੁਰਦੁਆਰਾ ਸਾਹਿਬ, ਕਿਸੇ ਧਾਰਮਿਕ ਸਥਾਨਾਂ 'ਤੇ ਹੀ ਇਹਨਾਂ ਨੇ ਚੜ੍ਹਾ ਦਿੱਤੀਆਂ ਵੀ ਘਰੇ ਵੀ ਕੀ ਉਹਨਾਂ ਨੂੰ ਸਾਂਭ ਕੇ ਰੱਖਣ। ਸੋ ਇਸ ਕਰਕੇ ਕਿਤੇ ਨਾ ਕਿਤੇ ਕਬੱਡੀ ਪਲੇਅਰ ਜਿਹੜੇ ਨੇ ਸਰਕਾਰਾਂ ਦੀ ਸਪੋਰਟ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦੇ। ਪ੍ਰੋਪਰ ਖੁਰਾਕ ਨਹੀਂ ਜਦੋਂ ਮਿਲਦੀ, ਅਤੇ ਖੁਰਾਕ ਮਿਲਣੀ ਕਦੋਂ ਹੈ? ਜਦੋਂ ਸਰਕਾਰਾਂ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ। ਜੀ ਭਾਜੀ, ਅੰਤ ਵਿੱਚ ਕੋਈ ਮੰਗ ਕੀ ਕਰਨੀ ਚਾਹੋਗੇ ਕਬੱਡੀ ਪਲੇਅਰਾਂ ਵਾਸਤੇ, ਅਕੈਡਮੀ ਵਾਸਤੇ? ਕਿੰਨੇ ਪਲੇਅਰ ਹੋਣ ਨਾਲੇ ਤੁਸੀਂ ਤਿਆਰ ਕਰ ਸਕਦੇ ਜੇ ਤੁਹਾਡੇ ਕੋਲ ਪ੍ਰੋਪਰ ਗਰਾਊਂਡ ਹੋਵੇ? ਇਹ ਦੋਵੇਂ ਮੀਆਂ ਬੀਵੀ, ਜੇ ਮੈਂ ਇੱਕ ਸਵਾਲ ਕਰਾਂ ਕਿ ਤੁਹਾਡੇ ਕੋਲ ਪ੍ਰੋਪਰ ਗਰਾਊਂਡ ਹੋਵੇ, ਕਿਸੇ ਸੰਸਥਾ ਦੀ ਕੋਈ ਸਪੋਰਟ ਹੋਵੇ, ਉਹਨਾਂ ਨੂੰ ਜਿਹੜੇ ਪਲੇਅਰ ਹੋਣ ਉਹਨਾਂ ਨੂੰ ਪ੍ਰੋਪਰ ਖੁਰਾਕ ਮਿਲੇ, ਤਾਂ ਤੁਸੀਂ ਦੋਨੋਂ ਰਲ ਕੇ ਕਿੰਨੇ ਪਲੇਅਰ ਜਿਹੜੇ ਆ ਉਹ ਤੁਸੀਂ ਤਿਆਰ ਕਰ ਸਕਦੇ, ਲੜਕੇ ਤੇ ਲੜਕੀਆਂ? ਪਹਿਲਾਂ ਤੁਸੀਂ ਦੱਸੋ ਕਿੰਨੇ ਕੀ ਦੱਸਾਂ, ਵਾਧੂ ਮਤਲਬ ਕਿ ਸਾਨੂੰ ਮਿਲੇ, ਸਹੂਲਤ ਮਿਲੇ ਅਤੇ ਅਸੀਂ ਮਤਲਬ ਇੰਨਾ ਤਜਰਬਾ ਹੈ ਤੁਹਾਡੇ ਕੋਲ। ਹਾਂਜੀ, ਸਹੂਲਤ ਮਿਲੇ ਅਤੇ ਅਸੀਂ ਤਿਆਰ ਕਰ ਸਕਦੇ ਹਾਂ। ਅਤੇ ਬਾਕੀ ਮੈਂ ਇਹ ਵੀ ਕਹਿੰਦੀ ਹਾਂ ਕਿ ਮੇਰੇ ਹਸਬੈਂਡ ਨਾਲ ਮੇਰੇ ਮਦਦ ਕਰਨ, ਅਤੇ ਸਾਡੀ ਮਤਲਬ ਜਿਹੜੀ ਵੀ ਅਸੀਂ ਟੀਮ ਤਿਆਰ ਕਰਾਂਗੇ ਉਹ ਇੱਦਾਂ ਨਹੀਂ ਹੋਊਗੀ ਕਿ ਸਾਡੀ ਕਿਤੋਂ ਹਾਰ ਕੇ ਆਵੇ, ਬਾਕੀ ਜਿੱਤ ਕੇ ਆਊਗੀ। ਕਿਉਂਕਿ ਮੈਨੂੰ ਪਤਾ ਵਾ, ਮੈਂ ਖੇਡਦੀ ਰਹੀ ਹਾਂ। ਇਹਨਾਂ ਨੇ ਵੀ ਮੈਨੂੰ ਬਹੁਤ ਕੁਝ ਸਿਖਾਇਆ ਗਰਾਊਂਡ 'ਚ। ਅਤੇ ਸਾਰਿਆਂ ਨੇ ਮੇਰੇ, ਇੱਕ ਕਸ਼ਮੀਰ ਭਾਜੀ ਕੋਚ ਹੁੰਦੇ ਸੀ, ਉਹਨਾਂ ਵੀ ਸੁਰਿੰਦਰ ਭਾਜੀ ਕੋਚ ਰਹੇ ਨੇ ਮੇਰੇ, ਉਹਨਾਂ ਨੇ ਵੀ ਸਾਨੂੰ ਬਹੁਤ ਕੁਝ ਸਿਖਾਇਆ। ਬਾਕੀ ਇੱਕ ਇਹ ਕਿ ਮੇਰਾ ਮਤਲਬ ਭਾਜੀ ਸੀ, ਸਾਡੇ ਨਾਲ ਖੇਡਦੇ ਵੀ ਹੁੰਦੇ ਸੀ, ਕਾਲੂ ਵੀਰ, ਉਹਨਾਂ ਨੇ ਵੀ ਸਾਨੂੰ ਬਹੁਤ ਕੁਝ ਸਿਖਾਇਆ। ਮੈਂ ਇਹ ਕਹੂੰਗੀ ਕਿ ਜੇ ਸਾਨੂੰ ਅੱਜ ਵੀ ਮੌਕਾ ਮਿਲਿਆ ਅਸੀਂ ਬਹੁਤ ਸਾਰੇ ਪਲੇਅਰ ਤਿਆਰ ਕਰ ਸਕਦੇ ਹਾਂ। ਬਾਕੀ ਮੇਰੇ ਦੋ ਵਧੀਆ ਪਲੇਅਰ, ਇੱਕ ਸੰਦੀਪ ਨੰਗਲੰਬੀਆ, ਇੱਕ ਸੁਖਮਨ ਚੋਲਾ, ਇਹ ਦੋਨੋਂ ਮੇਰੇ ਫੇਵਰੇਟ ਹੁੰਦੇ। ਮੈਂ ਚਾਹੁੰਦੀ ਕਿ ਮੇਰੇ ਬੱਚੇ ਵੀ ਗਾਂ ਇਹਨਾਂ ਵਾਂਗ ਹੀ ਬਣਨ, ਕਿਉਂਕਿ ਮੇਰੇ ਫਰੈਂਡਸ ਕਹਿੰਦੀਆਂ ਹੁੰਦੀਆਂ ਜਦੋਂ ਸੁਖਮਨ ਭਾਜੀ ਦੀ ਇੱਦਾਂ ਹੋਈ, ਮੇਰੇ ਫਰੈਂਡਸ ਕਹਿੰਦੀਆਂ ਹੁੰਦੀਆਂ ਕਿ ਹੁਣ ਹਾਂ ਤੂੰ ਆਪਣੇ ਬੱਚੇ ਨੂੰ, ਬੇਟੇ ਨੂੰ ਸੁਖਮਨ ਵਾਂਗ ਹੀ ਬਣਾਉਣਾ ਵਾ। ਪਰ ਜਦੋਂ ਸੁਣੀਦਾ ਕਿ ਬੱਚੇ ਆ ਨਸ਼ੇਆਂ 'ਚ ਤੁਰ ਗਏ, ਉਦੋਂ ਫਿਰ ਡਰ ਲੱਗਦਾ ਕਿ ਨਹੀਂ, ਦਿਲ ਨਹੀਂ ਕਰਦਾ ਕਿ ਬਾਹਰ ਕੱਢਣ ਨੂੰ। ਹਾਂਜੀ, ਤੁਸੀਂ ਭਾਜੀ ਇਸ ਸਵਾਲ ਉਹੀ ਹੈ, ਕੀ ਕਹਿਣਾ ਚਾਹੋਗੇ ਵੀ ਕਿੰਨੇ ਪਲੇਅਰ ਤਿਆਰ ਕਰ ਸਕਦੇ ਜੇ ਪ੍ਰੋਪਰ ਸਰਕਾਰ ਦੀ ਮਦਦ ਮਿਲੇ ਔਰ ਤੁਹਾਨੂੰ ਕੋਈ ਗਰਾਊਂਡ ਮਿਲ ਜੇ ਪਿੰਡ ਦੇ ਵਿੱਚ? ਕੀ ਇਸ 'ਤੇ ਕਹਿਣਾ ਚਾਹੋਗੇ? ਸਰ, ਮੈਨੂੰ ਗਰਾਊਂਡ, ਸਟੇਡੀਅਮ ਮਿਲ ਜੇ ਨਾ ਤਾਂ ਮੈਂ ਬਹੁਤ ਪਲੇਅਰ ਤਿਆਰ ਕਰ ਸਕਦਾ ਵਾਂ। ਜਿਹੜਾ ਪਲੇਅਰ ਮੇਰੇ ਤੋਂ ਆਊਗਾ ਨਾ, ਜਿਹੜਾ ਮਿਹਨਤ ਲਾਉਣ ਵਾਲਾ ਹੋਊਗਾ, ਉਹ ਕਦੇ ਵੀ ਇੱਥੋਂ ਖਾਲੀ ਨਹੀਂ ਜਾਊਗਾ, ਵਧੀਆ ਪਲੇਅਰ ਬਣ ਕੇ ਜਾਊਗਾ। ਇਹ ਮੇਰੀ ਗਰੰਟੀ ਹੋਊਗੀ ਉਹਨਾਂ ਨਾਲ। ਤੇ ਮੰਗ ਕੀ ਕਰਦੇ ਜੀ ਸਰਕਾਰ ਤੋਂ? ਮੰਗ ਕਰਦਾ ਮੇਰੇ ਪਿੰਡ ਨੂੰ ਸਟੇਡੀਅਮ ਦਿੱਤਾ ਜਾਵੇ ਅਤੇ ਗਰਾਊਂਡ ਵਧੀਆ ਦਿੱਤੀ ਜਾਵੇ, ਬਸ ਇਹ ਮੰਗ ਕਰਦਾ। ਸਾਡੇ ਨਾਲ ਗੱਲਬਾਤ ਕਰਨ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਧੰਨਵਾਦ ਜੀ ਭਾਜੀ। ਸੋ ਸਾਡੇ ਨਾਲ ਗੱਲਬਾਤ ਕੀਤੀ। ਔਰ ਦੋਸਤੋ, ਹਰ ਕਵਰੇਜ ਤੁਹਾਡੇ ਤੱਕ ਪਹੁੰਚਾਵਾਂਗੇ, ਹੋਰ ਵੀ ਸਟੋਰੀ ਕੋਈ ਲੈ ਕੇ ਆਵਾਂਗੇ। ਬਣੇ ਰਹੋ ਸਾਡੇ ਨਾਲ ਤੁਸੀਂ। ਕੈਮਰਾਮੈਨ ਸੁਖਬੀਰ ਸਿੰਘ ਸੁੱਖ ਦੇ ਨਾਲ ਮੈਂ ਦਲਜੀਤ ਸਿੰਘ, ਰੋਜ਼ਾਨਾ ਪ੍ਰਾਈਮ ਨਿਊਜ਼, ਤਰਨਤਾਰਨ।